Good morning students. Today we discuss about chapter 13 the Mauryas and the Songas, class 6th subject SST part 1। ਇਸ ਲੈਸਨ ਦੇ ਵਿੱਚ ਸਾਡੀ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਜੋ ਸ਼ਾਸਕ ਹੋਏ ਮੌਰੀਆ ਅਤੇ ਸੁੰਗ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਦ ਐਸਟੈਬਲਿਸ਼ਮੈਂਟ ਆਫ ਦ ਮੌਰੀਅਨ ਅੰਪਾਇਰ ਇਨ ਦ ਲਾਸਟ ਕੁਆਰਟਰ ਆਫ ਦ 4th century BC। ਚੌਥੀ ਸ਼ਤਾਬਦੀ 4th century BC ਦੇ ਵਿੱਚ ਇੰਡੀਆ ਦੇ ਵਿੱਚ ਮੌਰੀਆ ਸਾਮਰਾਜ ਜਿਹੜਾ ਉਹ ਸਟਾਰਟ ਹੋਇਆ। ਇਹ ਕੀ ਸੀ? ਭਾਰਤੀ ਇਤਿਹਾਸ ਦੀ ਇੰਡੀਅਨ ਇਤਿਹਾਸ ਦੀ ਇੱਕ ਨਿਊ ਸ਼ੁਰੂਆਤ ਸੀ। ਇਨ 326 BC ਅਲੈਗਜ਼ੈਂਡਰ ਏ ਗ੍ਰੇਟ ਗ੍ਰੀਕ ਕਨਿਊਰ ਫਰੋਮ ਮੈਕਡੋਨੀਆ 326 ਈਸਵੀ ਵਿਕਰਮ ਸੰਮਤੀ ਦੇ ਵਿੱਚ ਮੈਕਡੋਨੀਆ ਦਾ ਜਿਹੜਾ ਸ਼ਾਸਕ ਸੀਗਾ ਅਲੈਗਜ਼ੈਂਡਰ, ਉਹਨੇ ਇੰਡੀਆ ਦੇ ਉੱਪਰ ਹਮਲਾ ਕੀਤਾ ਅਤੇ ਇੰਡੀਆ ਦੇ ਜਿਹੜੇ ਕਈ ਸ਼ਾਸਕਾਂ ਨੂੰ ਉਸਨੇ ਹਰਾਇਆ। ਅਤੇ ਫਿਰ ਕੀ ਸੀ? ਉਹ ਨਾਰਥ ਵੈਸਟ ਇੰਡੀਆ ਦੇ ਸ਼ਾਸਕਾਂ ਨੂੰ ਹਰਾਉਂਦਾ ਹੋਇਆ ਜਿਹੜੇ ਪੰਜਾਬ ਦੀ ਨਦੀ ਸੀ ਬਿਆਸ, ਉਹਦੇ ਨਜ਼ਦੀਕ ਪਹੁੰਚਿਆ। ਅਤੇ ਫਿਰ ਕੀ ਸੀ? ਉਹਨੇ ਸਭ ਤੋਂ ਪਹਿਲਾਂ ਜਿਹੜਾ ਸ਼ਾਸਕ ਸੀਗਾ ਟੈਕਸਿਲਾ ਦਾ ਸ਼ਾਸਕ ਅੰਬੀ ਟੈਕਸਿਲਾ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਆ, ਉੱਥੋਂ ਦੇ ਜਿਹੜੇ ਸ਼ਾਸਕ ਨੂੰ ਹਰਾਇਆ। ਫਿਰ ਅੱਗੇ ਸੀ ਪੰਜਾਬ ਦੇ ਵੱਲ ਵਧਿਆ। ਪੰਜਾਬ ਦੇ ਜਿਹੜਾ ਫੋਰਸ ਸੀਗਾ ਉਹਦਾ ਸ਼ਾਸਨ ਸੀ ਪੰਜਾਬ ਦੇ ਵਿੱਚ, ਉਹਦੀ ਸੈਨਾ ਨੇ ਡਟ ਕੇ ਅਲੈਗਜ਼ੈਂਡਰ ਦੀ ਸੈਨਾ ਦਾ ਮੁਕਾਬਲਾ ਕੀਤਾ। ਫਿਰ ਕੀ ਹੋਇਆ? ਕਹਿੰਦੇ ਜਿਹੜੇ ਇਹਨੇ ਅਲੈਗਜ਼ੈਂਡਰ ਨੇ ਪੋਰਸ ਨੂੰ ਹਰਾ ਤਾਂ ਦਿੱਤਾ, ਪਰ ਕੀ ਸੀ? ਉਹਦਾ ਇੰਨਾ ਡਟ ਕੇ ਮੁਕਾਬਲਾ ਕੀਤਾ ਕਿ ਅਲੈਗਜ਼ੈਂਡਰ ਦੀ ਸੈਨਾ ਨੂੰ ਇਹ ਲੱਗ ਰਿਹਾ ਸੀ ਕਿ ਉਹ ਪੰਜਾਬ ਦੇ ਸੈਨਿਕਾਂ ਨੂੰ ਹਰਾ ਨਹੀਂ ਸਕਣਗੇ। ਕੀ ਉਹਨੂੰ ਆਪਣੇ ਆਪ ਨੂੰ ਥੱਕਿਆ ਹੋਇਆ ਵੀ ਮਹਿਸੂਸ ਕਰ ਰਹੇ ਸੀ। ਆਫਟਰ ਪੋਰਸ ਡਿਫੀਟ ਹੀ ਵਾਜ਼ ਅਬਾਊਟ ਬਰੀਫ ਅਲੈਗਜ਼ੈਂਡਰ। ਜਦੋਂ ਪੋਰਸ ਨੂੰ ਉਹਨੇ ਹਰਾ ਦਿੱਤਾ ਅਲੈਗਜ਼ੈਂਡਰ ਨੇ, ਤਾਂ ਉਸਨੇ ਉਸਨੂੰ ਪੁੱਛਿਆ ਕਿ ਉਹਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਾਵੇ। ਤਾਂ ਪੋਰਸ ਨੇ ਕਿਹਾ ਕਿ ਉਸ ਦੇ ਨਾਲ ਉਸੇ ਤਰ੍ਹਾਂ ਦਾ ਵਿਹਾਰ ਕਰੋ ਜਿਸ ਤਰ੍ਹਾਂ ਇੱਕ ਰਾਜਾ ਦੂਸਰੇ ਰਾਜੇ ਦੇ ਨਾਲ ਕਰਦਾ ਆ। ਅਤੇ ਫਿਰ ਕੀ ਸੀ? ਜਿਹੜਾ ਅਲੈਗਜ਼ੈਂਡਰ ਸੀਗਾ ਉਹ ਕਿਸੇ ਉਹਦੀ ਬਹਾਦਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਅਤੇ ਉਹਦੇ ਸਾਰੇ ਸਟੇਟਸ ਨੂੰ ਵਾਪਸ ਕਰ ਦਿੱਤੇ। ਐਟ ਦਾ ਟਾਈਮ ਆਫ ਅਲੈਗਜ਼ੈਂਡਰ ਰਿਟਰਨ ਇੰਡੀਆ ਵਾਜ਼ ਡਿਵਾਈਡਡ ਇਨਟੂ ਮੈਨੀ ਕਿੰਗਡਮਜ਼। ਜਦੋਂ ਅਲੈਗਜ਼ੈਂਡਰ ਵਾਪਸ ਚਲਿਆ ਗਿਆ ਆਪਣੇ ਦੇਸ਼ ਪੰਜਾਬ ਤੋਂ, ਤਾਂ ਫਿਰ ਕੀ ਸੀ? ਜਿਹੜਾ ਇੰਡੀਆ ਸੀ ਜਾਂ ਪੰਜਾਬ ਸੀ ਬਹੁਤ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਗਿਆ। ਅਤੇ ਜਿਹੜਾ ਮਗਧਾ ਸੀ, ਮਗਧਾ ਦੇ ਵਿੱਚ ਨੰਦਾ ਵੰਸ਼ ਦੇ ਸ਼ਾਸਕ ਸੀ ਜਿਹੜੇ ਉਹ ਰਾਜ ਕਰ ਰਹੇ ਸੀ, ਜੋ ਕਾਫੀ ਜ਼ਿਆਦਾ ਬਦਨਾਮ ਹੋ ਚੁੱਕੇ ਸੀਗੇ। ਹੁਣ ਕੀ ਸੀ? ਜਿਹੜਾ ਚੰਦਰਾ ਗੁਪਤਾ ਮੌਰੀਆ ਸੀ ਉਹਨੇ ਆਪਣੇ ਟੀਚਰ ਆਪਣੇ ਗੁਰੂ ਚਾਣਕਿਆ ਦੀ ਸਹਾਇਤਾ ਦੇ ਨਾਲ 321 ਵਿਕਰਮ ਸੰਮਤੀ ਦੇ ਵਿੱਚ ਆਪਣਾ ਜਿਹੜਾ ਸ਼ਾਸਨ ਸੀ ਉਹ ਸਟਾਰਟ ਕੀਤਾ, ਆਪਣਾ ਸਾਮਰਾਜ ਸਥਾਪਿਤ ਕੀਤਾ। Two very important books written in this period tell us about the Mauryas and their times। ਇਸ ਸਮੇਂ ਦੇ ਵਿੱਚ ਮੌਰੀਆ ਸਾਮਰਾਜ ਦੇ ਸਮੇਂ ਦੋ ਮਹੱਤਵਪੂਰਨ ਜਿਹੜੇ ਬੁੱਕਸ ਸੀਗੀਆਂ ਉਹ ਲਿਖੀਆਂ ਗਈਆਂ, ਜਿਸ ਤੋਂ ਸਾਨੂੰ ਮੌਰੀਆ ਸਾਮਰਾਜ ਦੇ ਬਾਰੇ ਅਤੇ ਉਹਨਾਂ ਦੇ ਸ਼ਾਸਕਾਂ ਦੇ ਬਾਰੇ ਪਤਾ ਲੱਗਦਾ ਆ। ਇਹ ਫਸਟ ਸੀਗੀ ਆਰਥਾ ਸ਼ਾਸਤਰਾ, ਸੈਕਿੰਡ ਸੀ ਇੰਡਿਕਾ। ਜਿਹੜੀ ਆਰਥਾ ਸ਼ਾਸਤਰਾ ਸੀ ਇਹਨੂੰ ਕੌਟਲਿਆ ਨੇ ਲਿਖਿਆ ਸੀ। ਕੌਟਲਿਆ ਚਾਣਕਿਆ ਦਾ ਹੀ ਦੂਸਰਾ ਨਾਮ ਆ, ਜਿਹੜਾ ਕਿ ਸੀ ਚੰਦਰਗੁਪਤ ਮੌਰੀਆ ਦਾ ਟੀਚਰ ਸੀ, ਗੁਰੂ ਸੀ। ਉਹ ਟੈਕਸਲਾ ਯੂਨੀਵਰਸਿਟੀ ਦੇ ਵਿੱਚ ਇੱਕ ਟੀਚਰ ਵੀ ਸੀਗਾ, ਉੱਥੇ ਉਹ ਪੜ੍ਹਾਉਂਦਾ ਸੀ ਬੱਚਿਆਂ ਨੂੰ, ਅਧਿਆਪਕ ਸੀ, ਉੱਥੇ ਅਧਿਆਪਕ ਰਿਹਾ। ਅਤੇ ਜਦੋਂ ਕੀ ਸੀ ਚੰਦਰਾਗੁਪਤਾ ਮੌਰੀਆ ਨੇ ਆਪਣੇ ਸਾਮਰਾਜ ਦੀ ਸਥਾਪਨਾ ਕੀਤੀ ਤਾਂ ਉਸਦਾ ਕੀ ਸੀ? ਪ੍ਰਾਈਮ ਮਿਨਿਸਟਰ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ। ਅਤੇ ਸੈਕਿੰਡ ਬੁੱਕ ਜਿਹੜੀ ਇੰਡਿਕਾ ਸੀ ਉਹਨੂੰ ਮੈਗਸਥਨੀਜ਼ ਨੇ ਲਿਖਿਆ ਸੀ, ਜਿਹੜਾ ਕੀ ਸੀ ਇੱਕ ਗਰੀਕ ਅੰਬੈਸਡਰ ਸੀਗਾ। ਅਤੇ ਸਲਿਊਕਸ ਦੇ ਸਮੇਂ ਉਹ ਇੰਡੀਆ ਦੇ ਵਿੱਚ ਆਇਆ ਅਤੇ ਉਹਦੇ ਦਰਬਾਰ ਦੇ ਵਿੱਚ ਕਾਫੀ ਟਾਈਮ ਤੱਕ ਉਹ ਰਿਹਾ। ਅਤੇ ਉਹਨੇ ਕੀ ਸੀਗਾ ਇੱਥੋਂ ਦੇ ਜਿਹੜੇ ਮੌਰੀਆ ਸਾਮਰਾਜ ਦੇ ਸ਼ਾਸਨ ਪ੍ਰਬੰਧ ਸੀ ਉਹਦੇ ਬਾਰੇ ਵਿੱਚ ਇਸ ਦੇ ਵਿੱਚ ਲਿਖਿਆ। ਚੰਦਰਾਗੁਪਤਾ ਮੌਰੀਆ ਵਾਜ਼ ਦਾ ਫਸਟ ਰੂਲਰ ਆਫ ਯੂਨੀਫਾਈ ਐਂਡ ਰੂਲ ਓਵਰ ਆਲਮੋਸਟ ਹੋਲ ਆਫ ਇੰਡੀਆ। ਚੰਦਰਾਗੁਪਤਾ ਜਿਹੜਾ ਮੌਰੀਆ ਸੀ ਉਹ ਪਹਿਲਾ ਅਜਿਹਾ ਸ਼ਾਸਕ ਸੀ ਜਿਸ ਨੇ ਲਗਭਗ ਪੂਰੇ ਇੰਡੀਆ ਦੇ ਉੱਪਰ ਸ਼ਾਸਨ ਕੀਤਾ। ਹੀਡ ਫੀਟ ਸਲਿਊਕਸ, ਉਸਨੇ ਸਭ ਤੋਂ ਪਹਿਲਾਂ ਸਲਿਊਕਸ ਜਿਹੜਾ ਸ਼ਾਸਕ ਸੀ ਉਸ ਨੂੰ ਹਰਾ ਦਿੱਤਾ, ਜਿਹੜਾ ਕੀ ਸੀਗਾ ਅਲੈਗਜ਼ੈਂਡਰਾ ਦਾ ਕਮਾਂਡਰ ਸੀ। ਹੀ ਵਾਜ਼ ਮੇਡ ਰੂਲਰ ਆਫ ਅਫਗਾਨਿਸਤਾਨ ਆਫਟਰ ਅਲੈਗਜ਼ੈਂਡਰ ਰਿਟਰਨ। ਜਦੋਂ ਅਲੈਗਜ਼ੈਂਡਰ ਵਾਪਸ ਚਲਿਆ ਗਿਆ ਤਾਂ ਉਸਨੇ ਅਫਗਾਨਿਸਤਾਨ ਦੇ ਉੱਪਰ ਵੀ ਆਪਣਾ ਜਿਹੜਾ ਸ਼ਾਸਕ ਸੀਗਾ ਸ਼ਾਸਨ ਸੀ ਉਹ ਸਥਾਪਿਤ ਕਰ ਲਿਆ, ਆਪਣਾ ਸਾਮਰਾਜ ਸਥਾਪਿਤ ਕਰ ਦਿੱਤਾ। ਸਲਿਊਕਸ ਹੈਡ ਟੂ ਗਿਵ ਏ ਲਾਰਜ ਏਰੀਆ ਆਫ ਅਫਗਾਨਿਸਤਾਨ ਟੂ ਚੰਦਰਾਗੁਪਤਾ ਦੈਟ ਬਿਕਮ ਏ ਪਾਰਟ ਆਫ ਦਾ ਮੌਰੀਅਨ ਅੰਪਾਇਰ। ਅਲੈਗਜ਼ੈਂਡਰ ਸੀ ਉਹ ਸਲਿਊਕਸ ਨੂੰ ਅਫਗਾਨਿਸਤਾਨ ਦਾ ਸ਼ਾਸਕ ਜਿਹੜਾ ਕਮਾਂਡਰ ਬਣਾ ਕੇ ਗਿਆ ਸੀ ਵਾਪਸੀ ਦੇ ਸਮੇਂ, ਅਤੇ ਚੰਦਰਾਗੁਪਤਾ ਮੌਰੀਆ ਨੇ ਉਹਨੂੰ ਹਰਾ ਦਿੱਤਾ। ਅਤੇ ਉਸ ਤੋਂ ਬਾਅਦ ਕੀ ਸੀ? ਉਹਨੇ ਕੀ ਕੀਤਾ? ਜਦੋਂ ਚੰਦਰਾਗੁਪਤਾ ਨੇ ਉਹਨੂੰ ਹਰਾ ਦਿੱਤਾ ਤਾਂ ਸਲਿਊਕਸ ਨੇ ਆਪਣੇ ਖੇਤਰ ਦਾ ਕਾਫੀ ਜ਼ਿਆਦਾ ਇਲਾਕਾ ਸੀ ਉਹ ਮੌਰੀਆ ਸਾਮਰਾਜ ਨੂੰ ਦੇ ਦਿੱਤਾ। ਚੰਦਰਾਗੁਪਤਾ ਅੰਪਾਇਰ ਐਕਸਟੈਂਡ ਫਰੋਮ ਅਫਗਾਨਿਸਤਾਨ ਇਨ ਦਾ ਨਾਰਥ ਵੈਸਟ ਟੂ ਕਰਨਾਟਕਾ। ਜਿਹੜਾ ਚੰਦਰਾਗੁਪਤ ਮੌਰੀਆ ਦਾ ਸਾਮਰਾਜ ਸੀ ਉਹ ਅਫਗਾਨਿਸਤਾਨ ਤੋਂ ਲੈ ਕੇ ਨਾਰਥ ਵੈਸਟ ਕਰਨਾਟਕਾ ਤੱਕ ਦੇ ਫੈਲਿਆ ਹੋਇਆ ਸੀ, ਅਤੇ ਸਾਊਥ ਅਤੇ ਫਰੋਮ ਅਸਾਮ ਇਨ ਈਸਟ, ਅਤੇ ਈਸਟ ਦੇ ਵਿੱਚ ਅਸਾਮ ਤੱਕ ਅਤੇ ਗੁਜਰਾਤ ਵੈਸਟ ਦੇ ਵਿੱਚ ਗੁਜਰਾਤ ਤੱਕ ਫੈਲਿਆ ਹੋਇਆ ਸੀ। ਚੰਦਰਾਗੁਪਤ ਰੂਲਡ ਅਪ ਟੂ
297 Vikram Samti. After him, his son Bimbisara ruled for about 25 years. ਚੰਦਰਾਗੁਪਤਾ ਮੌਰੀਆ ਨੇ 297 ਵਿਕਰਮ ਸੰਮਤੀ ਤੱਕ ਸ਼ਾਸਨ ਕੀਤਾ। ਉਸ ਦੀ ਮੌਤ ਤੋਂ ਬਾਅਦ ਜਿਹੜਾ ਉਹਦਾ ਪੁੱਤਰ ਸੀ ਬਿੰਬਿਸਾਰ, ਉਸਨੇ 25 ਸਾਲ ਤੱਕ ਰਾਜ ਕੀਤਾ। ਅਸ਼ੋਕਾ ਦਾ ਗ੍ਰੇਟ। ਆਫਟਰ ਦਾ ਡੈਥ ਆਫ ਬਿੰਬਿਸਾਰਾ, ਹਿਜ ਸਨ ਅਸ਼ੋਕਾ ਬਿਕਮ ਦਾ ਕਿੰਗ ਇਨ 273 ਵਿਕਰਮ ਸੰਮਤੀ। ਅਸ਼ੋਕਾ ਸੀ ਜਿਹੜਾ ਅਸ਼ੋਕ ਸੀਗਾ, ਅਸ਼ੋਕ ਕੌਣ ਸੀਗਾ? ਜਿਹੜਾ ਚੰਦਰਗੁਪਤ ਮੌਰੀਆ ਦਾ ਪੁੱਤਰ ਬਿੰਬਿਸਾਰ ਸੀ, ਬਿੰਬਿਸਾਰ ਦਾ ਉਹ ਪੁੱਤਰ ਸੀ ਅਸ਼ੋਕਾ। ਆਪਣੇ ਪਿਤਾ ਬਿੰਬਿਸਾਰ ਦੀ ਮੌਤ ਤੋਂ ਬਾਅਦ ਜਿਹੜਾ ਅਸ਼ੋਕ ਸੀਗਾ ਉਹ ਸ਼ਾਸਕ ਬਣ ਗਿਆ ਮੌਰੀਆ ਸਾਮਰਾਜ ਦਾ। ਉਸਨੇ ਕੀ ਸੀ 273 ਈਸਵੀ ਦੇ ਵਿੱਚ ਬਿੰਬਿਸਾਰ ਦੀ ਡੈਥ ਹੋਈ, ਉਸ ਤੋਂ ਬਾਅਦ ਉਹ ਸ਼ਾਸਕ ਬਣਿਆ। ਉਸਨੇ ਕੀ ਸੀ ਮਹਾਨ ਜਿੱਤਾਂ ਪ੍ਰਾਪਤ ਕੀਤੀਆਂ, ਉਹ ਪੂਰੇ ਸੰਸਾਰ ਨੂੰ ਜਿੱਤਣਾ ਚਾਹੁੰਦਾ ਸੀ। ਉਸਨੇ ਜਿਹੜੇ ਆਪਣੇ ਫੇਮਸ ਮੈਸੇਜ ਸੀਗੇ ਅਤੇ ਉਹਨਾਂ ਨੂੰ ਕੀ ਸੀ ਪੱਥਰਾਂ ਦੇ ਉੱਪਰ ਖੁਦਵਾਇਆ ਸੀ। ਅਤੇ ਨਾਲ ਹੀ ਕੀ ਸੀ ਕਹਿੰਦਾ ਉਹ ਆਪਣੇ ਮੈਸੇਜ ਦੇ ਲਈ ਅਤੇ ਉਹਦੇ ਮੈਸੇਜ ਕੀ ਸੀ ਸ਼ਾਂਤੀ ਅਤੇ ਹਿਊਮੈਨਿਟੀ ਅਤੇ ਮਨੁੱਖਤਾ ਦੀ ਭਾਵਨਾ ਅਤੇ ਇਨਸਾਨੀਅਤ ਦੀ ਭਾਵਨਾ ਜਾਂ ਸ਼ਾਂਤੀ ਦੀ ਭਾਵਨਾ, ਜਿਹਦੇ ਕਾਰਨ ਉਹ ਬਹੁਤ ਜ਼ਿਆਦਾ ਫੇਮਸ ਆ। 262 ਈਸਵੀ ਵਿਕਰਮ ਸੰਮਤੀ ਦੇ ਵਿੱਚ ਉੜੀਸਾ ਜੋ ਪਹਿਲਾਂ ਕਲਿੰਗਾ ਦੇ ਨਾਮ ਨਾਲ ਪ੍ਰਸਿੱਧ ਸੀ, ਉੱਥੋਂ ਦੇ ਸ਼ਾਸਕ ਨੂੰ ਉਹਨੇ ਹਰਾਇਆ। ਇਹ ਬਹੁਤ ਜ਼ਿਆਦਾ ਭਿਆਨਕ ਲੜਾਈ ਸੀ। ਇਸ ਲੜਾਈ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸੈਨਿਕ ਸੀ ਉਹ ਮਾਰੇ ਗਏ ਅਤੇ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ। ਇਸ ਤੋਂ ਬਾਅਦ ਜਿਹੜਾ ਖੂਨ ਖਰਾਬਾ ਹੋਇਆ, ਅਸ਼ੋਕ ਦੇ ਜਿਹੜਾ ਮਨ ਦੇ ਉੱਪਰ ਉਹਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਅਤੇ ਉਹਨੇ ਕੀ ਕੀਤਾ ਸੀ ਫਿਰ ਯੁੱਧ ਦੀ ਨੀਤੀ ਤਿਆਗ ਦਿੱਤੀ ਅਤੇ ਆਪਣਾ ਜਿਹੜਾ ਜੀਵਨ ਸੀ ਉਹ ਸ਼ਾਂਤਮਈ ਢੰਗ ਦੇ ਨਾਲ ਜੀਣ ਲੱਗ ਪਿਆ। ਅਤੇ ਉਹਨੇ ਜਿਹੜਾ ਬੁੱਧ ਧਰਮ ਸੀਗਾ, ਬੁੱਧ ਧਰਮ ਨੂੰ ਅਪਣਾ ਲਿਆ, ਅਹਿੰਸਾ ਦਾ ਮਾਰਗ ਚੁਣਿਆ। ਅਤੇ ਨਾਲ ਹੀ ਕੀ ਸੀਗਾ ਉਹਨੇ ਜਿਹੜੇ ਉੱਥੋਂ ਉਹਦੇ ਜਿਹੜੇ ਪੁੱਤਰ ਸੀਗਾ ਮਹੇਂਦਰਾ ਅਤੇ ਉਹਦੀ ਜਿਹੜੀ ਪੁੱਤਰੀ ਸੀਗੀ ਸੰਘਮਿੱਤਰਾ, ਉਹ ਕੀ ਸੀਗਾ ਬੁੱਧ ਧਰਮ ਦਾ ਪ੍ਰਚਾਰ ਕਰਨ ਦੇ ਲਈ ਉਸਨੂੰ ਸ਼੍ਰੀਲੰਕਾ ਅਤੇ ਹੋਰ ਜਿਹੜੇ ਸਟੇਟ ਸੀਗੇ ਉਹਨਾਂ ਦੇ ਵਿੱਚ ਭੇਜਿਆ। ਅਸ਼ੋਕਾ ਸਪੈਂਡ ਰੈਸਟ ਆਫ ਹਿਜ਼ ਲਾਈਫ ਫਾਰ ਵੈਲਫੇਅਰ ਆਫ ਹਿਜ਼ ਪੀਪਲ ਐਂਡ ਐਂਟਾਇਰ ਹਿਊਮੈਨਿਟੀ। ਉਹ ਜਿਹੜਾ ਅਸ਼ੋਕ ਸੀਗਾ ਉਹਨੇ ਆਪ ਵੀ ਕਹਿੰਦੇ ਅਸ਼ਾਂਤਮਈ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਜਿਹੜਾ ਆਪਣਾ ਜੀਵਨ ਸੀ ਉਹਨੂੰ ਲੋਕਾਂ ਦੀ ਭਲਾਈ ਦੇ ਲਈ ਲਗਾਉਣਾ ਸ਼ੁਰੂ ਕਰ ਦਿੱਤਾ। ਉਹਨੇ ਆਪਣੇ ਜਿਹੜੇ ਸੰਦੇਸ਼ ਸੀ ਉਹਨੂੰ ਚਟਾਨਾਂ ਅਤੇ ਪੱਥਰਾਂ ਦੇ ਉੱਪਰ ਖੁਦਵਾਇਆ। ਉਹਨੇ ਸ਼ਿਕਾਰ ਖੇਡਣਾ ਬੰਦ ਕਰ ਦਿੱਤਾ, ਪੰਛੀਆਂ ਅਤੇ ਜਾਨਵਰਾਂ ਨੂੰ ਮਾਰਨ 'ਤੇ ਰੋਕ ਲਗਾ ਦਿੱਤੀ, ਯਾਤਰੀਆਂ ਦੇ ਰੁਕਣ ਦੇ ਲਈ ਸਰਾਵਾਂ ਵਗੈਰਾ ਬਣਾ ਦਿੱਤੀਆਂ, ਖੂਹ ਖੁਦਵਾਏ ਅਤੇ ਕੀ ਸੀ ਮਨੁੱਖਾਂ ਦੇ ਪਸ਼ੂਆਂ ਦੇ ਲਈ ਹਸਪਤਾਲ ਵਗੈਰਾ ਬਣਾਏ। ਇਸ ਤਰ੍ਹਾਂ ਉਸਨੇ ਬਹੁਤ ਜ਼ਿਆਦਾ ਜਿਹੜੇ ਜਨ ਕਲਿਆਣ ਦੇ ਕੰਮ ਸੀ ਉਹ ਕੀਤੇ। ਅਤੇ ਉਸਨੇ ਕੀ ਸੀ ਅਹਿੰਸਾ ਦਾ ਪਾਲਣ ਕਰਨਾ, ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਦੇ ਨਾਲ ਪਿਆਰ ਕਰਨਾ, ਨੌਕਰਾਂ ਅਤੇ ਜੀਵ ਜੰਤੂਆਂ ਦੇ ਨਾਲ ਪਿਆਰ ਕਰਨਾ, ਦਇਆ ਦੀ ਭਾਵਨਾ ਰੱਖਣਾ, ਗਰੀਬ ਲੋਕਾਂ ਨੂੰ ਦਾਨ ਦੇਣਾ, ਸਾਰੇ ਧਰਮਾਂ ਦਾ ਆਦਰ ਮਾਣ ਕਰਨਾ। ਇਹ ਜਿਹੜੀਆਂ ਸਾਰੀਆਂ ਸਿੱਖਿਆਵਾਂ ਸੀਗੀਆਂ ਸਿੱਖਿਆਵਾਂ ਸੀਗੀਆਂ ਇਹ ਅਸ਼ੋਕ ਦੀ ਦੁਆਰਾ ਬਣਾਈਆਂ ਗਈਆਂ ਸੀ, ਜਿਸ ਨੂੰ ਅਸ਼ੋਕ ਦਾ ਧੰਮ ਜਾਂ ਅਸ਼ੋਕ ਦਾ ਧਰਮ ਵੀ ਕਿਹਾ ਜਾਂਦਾ ਆ। ਵਾਈ ਡਿਡ ਅਸ਼ੋਕਾ ਗਿਵ ਦਾ ਵਾਰ ਫਾਰ ਐਵਰ ਆਫਟਰ ਦਾ ਵਾਰ ਆਫ ਕਲਿੰਗਾ। ਜਿਹੜਾ ਕਹਿੰਦੇ ਅਸ਼ੋਕ ਸੀ ਉਸਨੇ ਕਲਿੰਗਾ ਦੇ ਯੁੱਧ ਤੋਂ ਬਾਅਦ ਜਿਹੜਾ ਆਪਣਾ ਯੁੱਧ ਕਰਨ ਦੀ ਨੀਤੀ ਸੀ ਉਹ ਕਿਉਂ ਤਿਆਗ ਦਿੱਤੀ ਸੀ? ਕੀ ਕਾਰਨ ਸੀ? ਇਹੀ ਕਾਰਨ ਸੀ ਕਿ ਉਹ ਜਿਹੜਾ ਖੂਨ ਖਰਾਬਾ ਸੀ ਉਹਦੇ ਮਨ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਾਇਆ, ਜਿਹਦੇ ਕਾਰਨ ਕੀ ਸੀ ਉਸਨੇ ਅਹਿੰਸਾ ਦਾ ਮਾਰਗ ਚੁਣ ਲਿਆ। ਅਸ਼ੋਕਾ ਡਾਈਡ ਇਨ 232 ਵਿਕਰਮ ਸੰਮਤੀ। ਦਾ ਮੌਰੀਅਨ ਅੰਪਾਇਰ ਬ੍ਰੋਕ ਅਪ ਸੂਨ ਆਫਟਰ ਹਿਜ਼ ਡੈਥ ਬਿਕੋਜ਼ ਦਾ ਸਕਸੈਸਰ ਵਰ ਵੀਕ ਐਂਡ ਅਨਕੰਪੀਟੈਂਟ। ਜਿਹੜਾ ਅਸ਼ੋਕਾ ਸੀ 232 ਈਸਵੀ ਦੇ ਵਿੱਚ ਉਹਦੀ ਡੈਥ ਹੋ ਗਈ। ਉਸ ਦੀ ਮੌਤ ਤੋਂ ਬਾਅਦ ਜਿਹੜਾ ਮੌਰੀਆ ਸਾਮਰਾਜ ਸੀ ਖਤਮ ਹੋਣ ਲੱਗ ਗਿਆ। ਖਤਮ ਕਿਉਂ ਹੋ ਗਿਆ? ਕਿਉਂਕਿ ਉਹਨੇ ਅਹਿੰਸਾ ਦੀ ਨੀਤੀ ਅਪਣਾ ਲਈ ਸੀ ਅਤੇ ਜਿਹੜੇ ਉਹਦੇ ਉੱਤਰਾਧਿਕਾਰੀ ਸੀ ਕਮਜ਼ੋਰ ਸੀ ਅਤੇ ਉਹਨਾਂ ਨੂੰ ਕੀ ਸੀ ਸ਼ਾਸਨ ਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਸੀ, ਜਿਸ ਦੇ ਕਾਰਨ ਫਿਰ ਕੀ ਸੀਗਾ ਹੌਲੀ ਹੌਲੀ ਇਹ ਸਾਮਰਾਜ ਦਾ ਅੰਤ ਹੋ ਗਿਆ। ਇਸ ਦੀ ਮੌਤ ਤੋਂ ਬਾਅਦ ਜਿਹੜਾ ਕੀ ਸੀ ਸ਼ੁੰਗ ਵੰਸ਼ ਉਹਦੀ ਸ਼ੁਰੂਆਤ ਹੋਈ। ਓਕੇ ਸਟੂਡੈਂਟਸ, ਤੁਸੀਂ ਇਸ ਲੈਸਨ ਨੂੰ ਚੰਗੀ ਤਰ੍ਹਾਂ ਸੁਣ ਕੇ ਖੁਦ ਆਪ ਵੀ ਰੀਡ ਕਰਨਾ ਹੈ। ਓਕੇ ਸਟੂਡੈਂਟਸ।